नहीं डोलना हिंदिओ सबर करना। किहा सिंह होरां थापी मार सानों, जाना विच कनेडे जरूर एक बार, कीते शेर एक कौल इकरार सानों। आखिर रमा होया बेड़ा खालसे दा, खड़कन लग पई तार ते तार सानों। सुनो हिंदिओ जरा ध्यान दे के, गल्लां सुणदियां सार घबरावना ना। साडा हाल गरीबां दा दर्द भरिया, खोल दसदे हां मूंह भुआवना ना। साडा हाल गरीबां दा दर्द भरिया, खोल दसदे हां मूंह भुआवना ना। साका कामा गाटा मारू ਦਾ ਅੱਜ ਤੀਜਾ ਪੜਾਅ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਅਸੀਂ ਪਹਿਲੇ ਐਪੀਸੋਡਾਂ ਵਿੱਚ ਪੜ੍ਹਿਆ ਸੀ ਕਿ ਕਿਸ ਤਰ੍ਹਾਂ ਭਾਰਤ ਤੋਂ ਸਾਊਥ ਏਸ਼ੀਆ ਤੋਂ ਸਿੱਖਾਂ ਸਮੇਤ ਹੋਰ ਆਬਾਦੀ ਕੈਨੇਡਾ ਦੀ ਧਰਤੀ ਦੇ ਉੱਤੇ ਆਈ, ਕਿੰਨੀ ਮਿਹਨਤ ਮੁਸ਼ੱਕਤ ਕੀਤੀ। ਉਸ ਸਮੇਂ 'ਤੇ ਇੱਥੋਂ ਦੇ ਸਤਾਨਕ ਲੋਕਾਂ ਦੇ ਵਿਤਕਰੇ ਭਰੇ ਰਵੱਈਏ ਦਾ ਸਾਹਮਣਾ ਕੀਤਾ, ਆਪਣੇ ਪਰਿਵਾਰਾਂ ਨੂੰ ਲਿਆਉਣ ਦੇ ਲਈ ਕਿੰਨਾ ਵੱਡਾ ਸਟਰਗਲ ਕੀਤਾ। ਅੱਜ ਇਸ ਤੋਂ ਅਗਲਾ ਪੜਾਅ ਅਸੀਂ ਪੜਾਂਗੇ। ਜਿਸ ਤਰ੍ਹਾਂ ਅਸੀਂ ਦੱਸਿਆ, ਇੱਥੇ ਰਹਿ ਰਹੇ ਪ੍ਰਵਾਸੀ ਭਾਰਤੀ ਹੁਣ ਆਪਣੇ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਆਗਿਆ ਚਾਹੁੰਦੇ ਨੇ। ਇਹਨਾਂ ਪਰਿਵਾਰਾਂ ਦੀ ਗਿਣਤੀ 2500 ਤੋਂ ਲੈ ਕੇ 3000 ਵਿਚਾਲੇ ਹੋਵੇਗੀ ਤੇ ਔਸਤਨ ਇੱਕ ਪਰਿਵਾਰ ਦੇ 5 ਜੀ ਹੋਣ ਤਾਂ ਇਸ ਨਾਲ ਸਿੱਖ ਆਬਾਦੀ ਵਿੱਚ ਇੱਕਦਮ 1200 ਤੋਂ ਲੈ ਕੇ 1500 ਤੱਕ ਦਾ ਵਾਧਾ ਹੋ ਜਾਵੇਗਾ। ਸਾਡਾ ਨਜ਼ਰੀਆ ਹੈ ਕਿ ਇਸ ਮੁੱਦੇ 'ਤੇ ਅਸੀਂ ਭਾਰਤੀਆਂ ਦੀ ਇਸ ਮੰਗ ਨੂੰ ਨਕਾਰਦਿਆਂ ਸਿਵਾਏ ਆਪਣੀ ਪਾਰਲੀਮੈਂਟ ਦੇ ਹੋਰ ਕਿਸੇ ਨੂੰ ਜਵਾਬਦੇਹ ਨਹੀਂ ਹਾਂ। ਕੈਨੇਡਾ ਤੋਂ ਨਿਕਲਦੇ ਪਰਚੇ ਦੀ ਆਰੀਅਨ ਦੇ ਸੰਪਾਦਕ ਡਾਕਟਰ ਸੁੰਦਰ ਸਿੰਘ ਨੇ ਇਸ ਮੁੱਦੇ 'ਤੇ 1 ਸਾਲ ਪਿੱਛੋਂ ਟਿੱਪਣੀ ਕਰਦਿਆਂ ਲਿਖਿਆ ਸੀ ਕਿ ਸਾਲ 1911 ਦੌਰਾਨ 11,932 ਚੀਨੀ ਅਤੇ 2986 ਜਾਪਾਨੀ ਕੈਨੇਡਾ ਆਏ, ਜਿਨ੍ਹਾਂ ਵਿੱਚ 1037 ਔਰਤਾਂ ਵੀ ਸਨ। ਇਹ ਅੰਕੜੇ ਸੰਬੰਧਿਤ ਮੈਡੀਕਲ ਅਫਸਰ ਦੇ ਰਿਕਾਰਡ ਤੋਂ ਲਏ ਗਏ ਹਨ, ਜਿੱਥੇ ਕਿ ਕੈਨੇਡਾ ਰਹਿ ਰਹੇ ਭਾਰਤੀਆਂ ਦੀਆਂ ਤੀਵੀਆਂ ਨੂੰ ਆਪਣੇ ਘਰ ਵਾਲਿਆਂ ਕੋਲ ਲਿਆਉਣ ਲਈ ਆਗਿਆ ਨਹੀਂ ਦਿੱਤੀ ਜਾ ਰਹੀ ਸੀ, ਜਦ ਕਿ ਪਿਛਲੇ ਸਾਲ ਕੁੱਲ ਮਿਲਾ ਕੇ 400 ਜਾਪਾਨੀ ਤੀਵੀਆਂ ਅਮਰੀਕਾ ਆਈਆਂ ਹਨ। ਇੱਥੋਂ ਤੱਕ ਕਿ ਪ੍ਰਸਿੱਧ ਹਿੰਦੀ ਆਗੂਆਂ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਜੋ ਸਿੱਖ ਸਨ ਦੀਆਂ ਤੀਵੀਆਂ ਨੂੰ ਜਦੋਂ ਉਹਨਾਂ ਨੂੰ ਕੈਨੇਡਾ ਨਹੀਂ ਸੀ ਉਤਰਨ ਦਿੱਤਾ ਗਿਆ, ਸਨ ਫਰਾਂਸਿਸਕੋ ਉਤਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੀ ਤੇ ਉਹਨਾਂ ਨੂੰ ਜ਼ਬਰਦਸਤ ਹਾਂਗਕਾਂਗ ਵਾਪਸ ਭੇਜ ਦਿੱਤਾ ਗਿਆ ਸੀ। ਇਸ ਤੋਂ ਭਲੀ ਭਾਂਤ ਦਿਸ ਰਿਹਾ ਸੀ ਕਿ ਅਮਰੀਕਨ ਸਰਕਾਰ ਵੀ ਇਸ ਮਾਮਲੇ 'ਤੇ ਕੈਨੇਡਾ ਦੇ ਪਦ ਚਿੰਨ੍ਹਾਂ 'ਤੇ ਹੀ ਚੱਲ ਰਹੀ ਸੀ। ਭਾਰਤੀ ਪ੍ਰਵਾਸੀ ਸਮੱਸਿਆ ਅਤੇ ਕੈਨੇਡੀਅਨ ਸਮਕਾਲੀ ਨਜ਼ਰੀਆ। ਭਾਰਤੀਆਂ ਦੇ ਪ੍ਰਵਾਸ ਦਾ ਮਸਲਾ ਕੇਵਲ ਕੈਨੇਡਾ ਤੱਕ ਹੀ ਸੀਮਿਤ ਨਹੀਂ, ਬਲਕਿ ਹਰੇਕ ਬਰਤਾਨਵੀ ਨੌ ਆਬਾਦੀ ਦਾ ਹੈ, ਕਿਉਂਕਿ ਜਿੱਥੇ ਕਿਤੇ ਵੀ ਜ਼ਮੀਨਾਂ ਗੈਰ ਆਬਾਦ ਨੇ ਅਤੇ ਕਾਮਿਆਂ ਦੀ ਥੁੜ ਰਹਿੰਦੀ ਹੈ, ਇਸ ਵੇਲੇ ਕੈਨੇਡਾ ਵਿੱਚ ਮੁੱਦਾ ਹੈ ਭਾਰਤੀ ਪ੍ਰਵਾਸੀਆਂ ਕੋਲੋਂ ਭਾਰਤੀ ਪ੍ਰਵਾਸੀਆਂ ਵੱਲੋਂ ਆਪਣੀਆਂ ਤੀਵੀਆਂ ਨੂੰ ਲਿਆਉਣ ਦਾ। ਵੈਸੇ ਅਸੂਲੀ ਤੌਰ 'ਤੇ ਇਸ ਬਾਰੇ ਦੋ ਰਾਵਾਂ ਨਹੀਂ ਕਿ ਬਰਤਾਨਵੀ ਛਤਰਛਾਇਆ ਹੇਠ ਵਿਚਰ ਰਹੇ ਭਾਰਤ ਵਰਗੇ ਦੇਸ਼ ਦਾ ਕੋਈ ਵੀ ਵਿਅਕਤੀ ਜੇ ਆਪਣੀ ਕਮਾਈ ਦੇ ਸਿਰ 'ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰ ਸਕਦਾ ਹੈ ਤਾਂ ਉਸ ਨੂੰ ਆਪਣੇ ਪਰਿਵਾਰ ਨੂੰ ਇੱਥੇ ਲਿਆਉਣ ਦੀ ਆਗਿਆ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਅੜਿੱਕਾ ਡਾਉਣਾ ਬਰਬਰਤਾ ਤਾਂ ਹੀ ਹੈ ਤੇ ਨਰੋਲ ਜਿਸ ਦੀ ਲਾਠੀ ਉਸ ਦੀ ਭੈਂਸ ਤੇ ਅਸੂਲਾਂ ਨੂੰ ਮਾਰੋ ਗੋਲੀ ਜਹੀ ਮਨੋਦਸ਼ਾ ਨੂੰ ਹੀ ਦਰਸਾਉਂਦਾ ਹੈ। ਅਜਿਹੀ ਨੀਤੀ ਪਿੱਛੇ ਕੈਨੇਡਾ ਦੇ ਰਾਜਸੀ ਨੇਤਾਵਾਂ ਦੀ ਬੁਜ਼ਦਿਲੀ ਹੈ, ਜਿਹੜੇ ਮੁੱਠੀ ਭਰ ਗੋਰੇ ਮਜ਼ਦੂਰਾਂ ਦੀ ਧੀਂਗਾਜੋਰੀ ਤੋਂ ਜਰਕਦੇ ਹਨ। ਇਹ ਮੰਨਣਯੋਗ ਨਹੀਂ ਕਿ ਕੋਈ ਵੀ ਸੂਝਵਾਨ ਕੈਨੇਡਾ ਵਾਸੀ ਅਜਿਹੀ ਸੋਚ ਦਾ ਧਾਰਨੀ ਹੋਏਗਾ। ਵੈਸੇ ਵਿਚਾਰਿਆ ਜਾਏ ਤਾਂ ਇਹ ਮਸਲਾ ਮੂਲ ਰੂਪ ਵਿੱਚ ਇੱਕੋ ਵੇਲੇ ਕੁਝ ਇਸ ਤਰ੍ਹਾਂ ਦਾ ਵੀ ਹੈ ਕਿ ਕੁਝ ਦੇਸ਼ ਆਬਾਦੀ ਭਰਪੂਰ ਹਨ
ਪਰ ਵਸੀਲੇ ਸੀਮਤ ਹੋਣ ਕਰਕੇ ਉੱਥੋਂ ਦੇ ਵਸਨੀਕ ਪ੍ਰਵਾਸ ਲਈ ਉਤਾਵਲੇ ਹਨ ਅਤੇ ਦੂਜੇ ਹੱਥ ਕੁਝ ਕੁ ਮੁਲਕ ਖੁੱਲ੍ਹੇ ਮੋਕਲੇ ਹਨ ਪਰ ਆਬਾਦੀ ਘੱਟ ਹੈ ਤੇ ਇਹ ਮੁਲਕ ਗੋਰਿਆਂ ਦੀ ਵਿਸ਼ਵ ਵਿਆਪਕ ਦਬਦਬੇ ਕਾਰਨ ਉਹਨਾਂ ਦੇ ਕਬਜ਼ੇ ਹੇਠਾਂ ਹਨ, ਜਿਵੇਂ ਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ। ਇੱਥੇ ਦਵੰਦ ਇਹ ਹੈ ਕਿ ਨਾਲੇ ਤੇ ਗੋਰੇ ਹਾਕਮ ਸਸਤੇ ਮਜ਼ਦੂਰ ਚਾਹੁੰਦੇ ਹਨ, ਪਰ ਇਸ ਗੱਲੋਂ ਵੀ ਡਰਦੇ ਹਨ ਕਿ ਜੇ ਇਹਨਾਂ ਬਾਹਰਲਿਆਂ ਦੀ ਭਰਮਾਰ ਹੋ ਗਈ ਤਾਂ ਸਾਡੇ ਤੇ ਭਾਰੂ ਹੋ ਜਾਣਗੇ ਤੇ ਇਹਨਾਂ ਦਾ ਹੀ ਬੋਲਬਾਲਾ ਹੋ ਜਾਏਗਾ ਤੇ ਸਾਡਾ ਸੱਭਿਆਚਾਰ ਤਹਿਸ ਨਹਿਸ ਹੋ ਜਾਵੇਗਾ। ਪਰ ਆਖਰ ਇਸ ਮਸਲੇ ਦਾ ਕੋਈ ਹੱਲ ਵੀ ਹੈ। ਚੇਤਾਵਨੀ। ਰੌਸ ਨਾਮ ਦੇ ਇੱਕ ਵਿਅਕਤੀ ਨੇ, ਜੋ ਭਾਰਤੀਆਂ ਦੇ ਮਸਲੇ ਵਿੱਚ ਕਾਫੀ ਦਿਲਚਸਪੀ ਰੱਖਦਾ ਸੀ, ਗ੍ਰੇਨ ਗਰੋਅਰਜ਼ ਗਾਈਡ ਵਿਨੀਪੈਗ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਦਾ ਸਿਰਲੇਖ ਸੀ ਕੈਨੇਡਾ ਵਿੱਚ ਸਿੱਖ ਕਿਸਾਨ। ਸਾਨੂੰ ਸਾਡੇ ਸਮਾਜ ਸੇਵਕਾਂ ਅਤੇ ਅੰਗਰੇਜ਼ ਨੀਤੀਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦਾ ਭਵਿੱਖ ਕੈਨੇਡਾ ਦੇ ਸਿੱਖਾਂ ਨਾਲ ਕੀਤੇ ਜਾਂਦੇ ਵਰਤਾਓ 'ਤੇ ਨਿਰਭਰ ਹੈ। ਸਿੱਖਾਂ ਨੇ ਗਦਰ ਵੇਲੇ ਬਰਤਾਨਵੀਆਂ ਦਾ ਸਾਥ ਦਿੱਤਾ ਸੀ। ਜੇ ਹਿੰਦੁਸਤਾਨ ਅੰਦਰ ਕਿਤੇ ਇੱਕ ਹੋਰ ਗਦਰ ਹੋ ਗਿਆ ਤਾਂ ਹਿੰਦੁਸਤਾਨੀਆਂ ਦਾ ਭਵਿੱਖ ਸਿੱਖਾਂ ਦੇ ਹੱਥ ਵਿੱਚ ਆ ਜਾਵੇਗਾ। ਇਸ ਵੇਲੇ BC ਵਿੱਚ ਸਿੱਖਾਂ ਦੀ ਵਸੋਂ 7000 ਹੈ। ਹਜ਼ਾਰਾਂ ਹੋਰ ਆਉਣਗੇ, ਪਰ ਕੈਨੇਡਾ ਦੇ ਜਥੇਬੰਦ ਮਜ਼ਦੂਰ ਇਸ ਵਰਤਾਰੇ ਦੇ ਵਿਰੋਧੀ ਹਨ ਅਤੇ ਕੈਨੇਡਾ ਸਰਕਾਰ ਸਿੱਖਾਂ ਨੂੰ ਆਉਣੋਂ ਰੋਕ ਰਹੀ ਹੈ। ਹਿੰਦੁਸਤਾਨ ਵਿਚਲੀਆਂ ਸਰਕਾਰੀ ਵਿਰੋਧੀ ਧਿਰਾਂ ਇਸ ਦਾ ਪ੍ਰਚਾਰ ਕਰਕੇ ਵਫਾਦਾਰ ਸਿੱਖਾਂ ਅੰਦਰ ਬੇਚੈਨੀ ਫੈਲਾ ਰਹੀਆਂ ਹਨ। ਮੇਰੀ ਸਮਝ ਅਨੁਸਾਰ ਇੱਥੋਂ ਤੱਕ ਕੈਨੇਡਾ ਦੇ ਜ਼ਮੀਨ ਮਾਲਕਾਂ ਦਾ ਸੰਬੰਧ ਹੈ, ਉਹਨਾਂ ਲਈ ਤਾਂ ਖਾਸ ਕਰਕੇ ਸਿੱਖ ਕਾਮੇ ਵਰਦਾਨ ਤੋਂ ਘੱਟ ਨਹੀਂ ਹੋਣਗੇ। ਅਜਿਹੇ ਕਾਮਿਆਂ ਦੀ ਥੋੜ ਉਹਨਾਂ ਰਾਹੀਂ ਭਲੀ ਭਾਂਤ ਪੂਰੀ ਕੀਤੀ ਜਾ ਸਕਦੀ ਹੈ। ਪਿੱਛੇ ਜੇ ਮੈਂ ਇਹਨਾਂ ਸਿੱਖ ਕਿਸਾਨਾਂ ਨੂੰ ਕੈਲੀਫੋਰਨੀਆ ਵਿੱਚ ਸੰਤਰਿਆਂ ਦੇ ਬਾਗਾਂ ਲਈ ਬੰਜਰ ਧਰਤੀ ਨੂੰ ਸਵਾਰਦਿਆਂ ਦੇਖਿਆ। ਇਹ ਲੋਕੀ ਜਮਾਂਦਰੂ ਵਾਹੀਕਾਰ ਹਨ। ਕੀ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਉਹਨਾਂ ਨੂੰ ਅਜਿਹੇ ਕੰਮਾਂ 'ਤੇ ਲਾ ਕੇ ਪਰਖੀਏ? ਉਹ ਕਿੱਥੋਂ ਤੱਕ ਸਾਡੇ ਲਈ ਲਾਹੇਵੰਦ ਹੋ ਸਕਦੇ ਹਨ। ਵੈਸੇ ਦੇਖਿਆ ਜਾਏ ਤਾਂ ਉਹ ਨਸਲ ਪੱਖੋਂ ਵੀ ਸਾਡੇ ਵਾਂਗ ਆਰੀਅਨ ਮੂਲ ਦੇ ਹੀ ਹਨ ਅਤੇ ਉਹਨਾਂ ਦੇ ਨੈਣ ਨਕਸ਼ਨ ਵੀ ਸਾਡੇ ਨਾਲ ਮਿਲਦੇ ਜੁਲਦੇ ਹਨ, ਜੋ ਸਾਡੀ ਪਿਤਰੀ ਸਾਂਝ ਦਾ ਪ੍ਰਮਾਣ ਹਨ। ਉਹ ਚੰਗੀ ਸੂਝ-ਬੂਝ ਵਾਲੇ ਹਨ। ਉਹ ਨਾ ਹੀ ਮੁਸਲਮਾਨ ਇੱਕ ਤੋਂ ਜ਼ਿਆਦਾ ਬੀਵੀਆਂ ਰੱਖਦੇ ਹਨ ਤੇ ਨਾ ਹੀ ਉਹ ਬੁੱਤ ਪੂਜਾ ਕਰਦੇ ਹਨ। ਸਾਕਾ ਕਾਮਾ ਗਾਟਾ ਮਾਰੂ। ਕੀ ਕੈਨੇਡਾ ਵੱਲੋਂ ਭਾਰਤੀਆਂ ਨਾਲ ਕੀਤਾ ਜਾ ਰਿਹਾ ਇਹ ਸਲੂਕ ਜਾਇਜ਼ ਹੈ? ਅੱਜ ਅਸੀਂ ਵੈਸੇ ਹਰ ਮੂਲ ਦੇ ਵਿਦੇਸ਼ੀਆਂ ਨੂੰ ਜੀਆਂ ਆ ਕਹਿ ਰਹੇ ਹਾਂ, ਜਿਨ੍ਹਾਂ ਵਿੱਚ ਕਈਆਂ ਅੰਦਰ ਅੰਗਰੇਜ਼ੀ ਸਲਤਨਤ ਪ੍ਰਤੀ ਵਫਾਦਾਰੀ ਦਾ ਅੰਸ਼ ਨਾਮਾਤਰ ਵੀ ਹੈ, ਜੋ ਔਕੜ ਵੇਲੇ ਸਾਡੇ ਨਾਲ ਨਹੀਂ ਖੜਨਗੇ। ਜਿੱਥੋਂ ਤੱਕ ਕਿ ਦੂਜੇ ਹੱਥ ਅਸੀਂ ਬੇਤੁਕੇ ਨਿਯਮਾਂ ਦੁਆਰਾ ਉਹਨਾਂ ਬਰਤਾਨਵੀ ਰਾਜ ਦੇ ਸਾਡੇ ਆਪਣੇ ਵਰਗੇ ਬਸ਼ਿੰਦਿਆਂ ਨੂੰ, ਜਿਹੜੇ ਸਲਤਨਤ ਲਈ ਜਾਨ ਦੀ ਬਾਜੀ ਲਾਉਣੋਂ ਵੀ ਨਹੀਂ ਪਿੱਛੇ ਹਟਣਗੇ, ਉਹਨਾਂ ਨੂੰ ਦਰਕਰਾਰ ਰਹੇ ਹਾਂ ਤੇ ਉਹ ਵੀ ਉਹਨਾਂ ਨੀਚ ਵਰਗਾਂ ਦੇ ਦਬਾਅ ਹੇਠਾਂ ਜਿਹੜੇ ਉਰਲੇ ਪਰਲੇ ਯੂਰਪੀ ਮੁਲਕਾਂ 'ਚੋਂ ਆ ਕੇ ਵਸੇ ਹਨ। ਸਿੱਖ ਇੱਕ ਸਨਮਾਨਜਨਕ ਕੁੱਲ ਵੰਸ਼ ਵਿੱਚੋਂ ਹਨ, ਜਿਹੜੇ ਸੂਝਵਾਨ ਹਨ ਅਤੇ ਸਾਡੇ ਡਾਲਰ ਪ੍ਰਤੀ ਪ੍ਰਸਤੀ ਨੂੰ ਘਟੀਆ ਸਮਝਦੇ ਹਨ। ਉਹਨਾਂ ਨੂੰ ਜਦੋਂ ਵੀ ਜਿੱਥੇ ਵੀ ਮੌਕਾ ਮਿਲੇਗਾ, ਉਹ ਜ਼ਰੂਰ ਹੀ ਆਪਣੇ ਪਿਛਲੇ ਹਮਵਤਨਾਂ ਨੂੰ ਉਹਨਾਂ ਨਾਲ ਕੀਤੇ ਜਾਂਦੇ ਮੰਦੇ ਵਰਤਾਓ ਬਾਰੇ ਦੱਸਣਗੇ ਤੇ ਦੁਨੀਆ ਵਿੱਚ ਅਜਿਹੀਆਂ ਤਰ੍ਹਾਂ ਦੀ ਕੋਈ ਕਮੀ ਨਹੀਂ ਜਿਹੜੀਆਂ ਇਹਦਾ ਨਜਾਇਜ਼ ਲਾਹਾ ਲੈਣਗੀਆਂ। ਅਸੀਂ ਪ੍ਰਵਾਸੀਆਂ ਨੂੰ ਇੱਥੇ ਆਪਣੀਆਂ ਤੀਵੀਆਂ ਲਿਆਉਣ ਦੀ ਆਗਿਆ ਵੀ ਨਹੀਂ ਦੇ ਰਹੇ। ਸੋ ਹਰ ਇਨਸਾਨ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਜੋ ਈਸਾਈ ਧਰਮ ਦੀਆਂ ਮਾਨਵਤਾ ਅਨੁਸਾਰ ਉੱਤਮ ਸਥਾਨ ਰੱਖਦਾ ਹੈ। ਨਾਲੇ ਜੋ ਸਿੱਧੇ ਸਫ਼ਰ ਦਾ ਨਿਯਮ ਘੜਿਆ ਗਿਆ ਹੈ, ਉਹ ਲੁਕਵੇਂ ਰੂਪ ਵਿੱਚ ਇਹਨਾਂ ਦੇ ਦਾਖਲੇ ਨੂੰ ਰੋਕਣ ਦੀ ਬਣਾਇਆ ਹੈ।
ਦੁਨੀਆ ਭਰ ਵਿੱਚ ਇਸ ਨੀਤੀ ਦੀ ਖਿਲੀ ਉਡਾਈ ਜਾ ਰਹੀ ਹੈ ਕਿ ਵੇਖੋ ਇਹ ਅਸੀਂ ਕਿੰਨੇ ਕਾਇਰ ਹਾਂ, ਜੋ ਅਸੀਂ ਸਿੱਧੇ ਰੂਪ ਵਿੱਚ ਕਰਨਯੋਗ ਨਹੀਂ ਉਹ ਸਿੱਧੇ ਰੂਪ ਵਿੱਚ ਕਰ ਰਹੇ ਹਾਂ। ਇੱਕ ਹੋਰ ਡੈਪੂਟੇਸ਼ਨ ਮਾਰਚ 1913 ਦੌਰਾਨ ਇੱਕ ਹੋਰ ਵਫਦ ਬਰਤਾਨੀਆ ਸਰਕਾਰ ਵੱਲ ਨੂੰ ਭੇਜਿਆ ਗਿਆ। ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਨੰਦ ਸਿੰਘ ਸਿਹਰਾ ਅਤੇ ਭਾਈ ਨਰੈਣ ਸਿੰਘ, ਇਹ ਤਿੰਨੇ ਲੀਡਰ ਲੰਡਨ ਦੀ ਸਰਵਉੱਚ ਸਰਕਾਰ ਕੋਲ ਅਤੇ ਬਰਤਾਨੀਆ ਦੇ ਲੋਕਾਂ ਅੱਗੇ ਆਪਣਾ ਦੁਖੜਾ ਫੋਲਣ ਲਈ ਗਏ ਸਨ। ਲੈ ਦੇ ਕੇ ਵੱਡੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਨੌਬਾਦੀਆਂ ਦੇ ਵਜ਼ੀਰ ਦੇ ADC ਫੌਜੀ ਸਹਾਇਕ ਨਾਲ ਹੀ ਨੌਬਾਦੀਆਂ ਦੇ ਵਜ਼ੀਰ ਅਤੇ ADC ਫੌਜੀ ਸਹਾਇਕ ਨਾਲ ਹੀ ਭੇਂਟ ਹੋ ਸਕੀ, ਜਿਸ ਨੇ ਸਰਕਾਰੇ ਆਲਾ ਵੱਲੋਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਮੁੱਦਾ ਕੈਨੇਡਾ ਤੇ ਹਿੰਦ ਸਰਕਾਰਾਂ ਦੇ ਅਧਿਕਾਰ ਵਿੱਚ ਆਉਂਦਾ ਹੈ। ਵਫਦ ਨੇ 14 ਮਈ 1913 ਨੂੰ ਲੰਡਨ ਦੇ ਪ੍ਰਸਿੱਧ ਕੈਕਸਟਨ ਹਾਲ ਵਿੱਚ ਇੱਕ ਜਨਤਕ ਇਕੱਠ ਨੂੰ ਵੀ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਪਿੱਛੋਂ ਉਹਨਾਂ ਭਾਰਤ ਪਹੁੰਚ ਕੇ ਲਾਹੌਰ ਦੇ ਨਾਮੀ ਬਰੈਡਲਾ ਹਾਲ ਅੰਦਰ ਜਨਤਕ ਇਕੱਠ ਵਿੱਚ ਆਪਣੀ ਦਾਸਤਾਨ ਸੁਣਾਈ। ਇਸ ਇਕੱਠ ਅੰਦਰ ਕਈ ਮੰਨੇ ਪ੍ਰਮੰਨੇ ਵਿਅਕਤੀ ਵੀ ਸ਼ਾਮਲ ਹੋਏ, ਜਿਨ੍ਹਾਂ ਦੀ ਸ਼ਮੂਲੀਅਤ ਪੰਜਾਬ ਦੇ ਗਵਰਨਰ ਸਰ ਮਾਈਕਲ ਅਡਵਾਇਰ ਨੂੰ ਬਹੁਤ ਰੜਕੀ ਸੀ। ਇਸ ਤੋਂ ਪਿੱਛੋਂ ਉਹ ਪੰਜਾਬ ਦੇ ਗਵਰਨਰ ਨੂੰ ਵੀ ਮਿਲੇ, ਜਿਸ ਨੇ ਆਪਣੀ ਪੁਸਤਕ ਹਿੰਦੁਸਤਾਨ ਜਿਵੇਂ ਮੈਂ ਇਸ ਨੂੰ ਜਾਣਿਆ, ਇੰਡੀਆ ਐਜ਼ ਆਈ ਨਿਊ 1885 ਤੋਂ 1925 ਵਿੱਚ ਗਦਰ ਪਾਰਟੀ ਵੱਲ ਇਸ਼ਾਰਾ ਕਰਦਿਆਂ ਲਿਖਿਆ ਗਿਆ ਹੈ। ਭਾਰਤੀਆਂ ਦੀ ਅਨਪੜ੍ਹਤਾ, ਉਹਨਾਂ ਦੀ ਹਰ ਤਰ੍ਹਾਂ ਦੀ ਗੱਲ ਤੇ ਭਰੋਸਾ ਕਰ ਲੈਣ ਦੀ ਰੁਚੀ ਤੇ ਉਹਨਾਂ ਦੇ ਕੈਨੇਡਾ ਦੇ ਪ੍ਰਵਾਸੀ ਕਾਨੂੰਨਾਂ ਬਾਰੇ ਜਾਇਜ਼ ਜਾਂ ਨਜਾਇਜ਼ ਰੋਸ ਦਾ ਭਰਪੂਰ ਲਾਹਾ ਲੈਂਦਿਆਂ ਹਰਦਿਆਲ ਅਤੇ ਸਹਿਯੋਗੀਆਂ ਨੇ ਕਈ ਉਧਰਲੇ ਭਾਰਤੀ ਪ੍ਰਵਾਸੀਆਂ ਨੂੰ ਵਰਗਲਾ ਕੇ ਅੰਗਰੇਜ਼ੀ ਰਾਜ ਨੂੰ ਉਲਟਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਕਰਨ ਲਈ ਲਾਮਬੰਦ ਕਰ ਲਿਆ ਸੀ। 1913 ਦੀਆਂ ਗਰਮੀਆਂ ਵਿੱਚ ਕੈਨੇਡਾ ਤੋਂ ਇੱਕ ਵਫਦ ਪੰਜਾਬ ਆਇਆ ਸੀ। ਦਰਅਸਲ ਉਸਦੇ ਮੈਂਬਰ ਗਦਰ ਪਾਰਟੀ ਦੇ ਹੀ ਅਗੇਤੇ ਦੂਤ ਸਨ, ਭਾਵੇਂ ਕਿ ਸਾਨੂੰ ਇਸ ਤੱਥ ਬਾਰੇ ਉਦੋਂ ਜਾਣਕਾਰੀ ਨਹੀਂ ਸੀ। ਉਹ ਜ਼ਾਹਰਾ ਤੌਰ 'ਤੇ ਤਾਂ ਕੈਨੇਡਾ ਦੇ ਪ੍ਰਵਾਸੀ ਕਾਨੂੰਨਾਂ ਦੇ ਸਿੱਟੇ ਵਜੋਂ ਉਪਜੀਆਂ ਆਪਣੀਆਂ ਦੁੱਖ ਤਕਲੀਫਾਂ ਬਾਰੇ ਇੱਧਰਲੀਆਂ ਸਰਕਾਰਾਂ ਤੇ ਆਮ ਲੋਕਾਂ ਨੂੰ ਜਾਗਰ ਕਰਨ ਲਈ ਹੀ ਆਏ ਸਨ ਅਤੇ ਉਹਨਾਂ ਪੰਜਾਬ ਦੇ ਕਈ ਸ਼ਹਿਰਾਂ ਕਸਬਿਆਂ ਵਿੱਚ ਇਕੱਠ ਕੀਤੇ, ਜਿਨ੍ਹਾਂ ਵਿੱਚ ਕੁਝ ਥਾਈਂ ਮੰਨੇ ਪ੍ਰਮੰਨੇ ਵਫਾਦਾਰ ਵੀ ਹਾਜ਼ਰ ਹੋਏ ਸਨ। ਪਰ ਛੇਤੀ ਹੀ ਇਸ ਵਫਦ ਦੀ ਸੁਰਤ ਤਿੱਖੀ ਹੋ ਗਈ ਅਤੇ ਨਰੋਲ ਪ੍ਰਵਾਸ ਸੰਬੰਧੀ ਕਾਨੂੰਨੀ ਅੜਚਣਾਂ ਨੂੰ ਪਿੱਛੇ ਛੱਡਦਿਆਂ ਉਹਨਾਂ ਦੇ ਬਿਆਨ ਭੜਕਾਊ ਰੰਗਤ ਅਖਤਿਆਰ ਕਰਦੇ ਗਏ। ਤਾਂ ਫਿਰ ਮੈਂ ਵਫਦ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਮੈਂ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਵਾਂਗਾ, ਕਿਉਂਕਿ ਉਸਨੇ ਪੰਜਾਬ, ਦਿੱਲੀ, ਲਾਹੌਰ ਦੀਆਂ ਵਾਰਦਾਤਾਂ ਅਤੇ ਸੰਪਰਦਾਇਕ ਝਗੜਿਆਂ ਕਰਕੇ ਹੀ ਪਹਿਲਾਂ ਹੀ ਖਿੱਚੋਤਾਣ ਵਾਲੇ ਦੌਰ ਵਿੱਚੋਂ ਲੰਘ ਰਿਹਾ ਸੀ। ਵਫਦ ਨੇ ਮੇਰੇ ਨਾਲ ਵੀ ਮੁਲਾਕਾਤ ਕੀਤੀ ਤੇ ਮੈਂ ਉਹਨਾਂ ਕੋਲ ਆਪਣੀ ਉੱਪਰਲੀ ਚੇਤਾਵਨੀ ਦੁਹਰਾਈ। ਉਹਨਾਂ 'ਚ ਦੋ ਤਾਂ ਚਿਕਨੀ ਚੋਪੜੀ ਜ਼ਬਾਨ ਵਾਲੇ ਸਨ, ਪਰ ਇੱਕ ਤੀਜਾ ਸ਼ਹੀਦ ਭਾਈ ਬਲਵੰਤ ਸਿੰਘ ਬਾਰੇ ਉਹ ਗੱਲ ਕਰ ਰਿਹਾ ਸੀ। ਇੱਕ ਤੀਜੇ ਦੀ ਬੋਲਬਾਣੀ ਇੱਕ ਖਤਰਨਾਕ ਬਾਗੀ ਵਾਲੀ ਸੀ ਤੇ ਮੈਂ ਵਾਇਸਰਾਏ ਨੂੰ ਉਸ ਤੀਜੇ ਵਿਅਕਤੀ ਬਾਰੇ ਅਗਾਊਂ ਦੱਸ ਵੀ ਦਿੱਤਾ ਸੀ। ਪਿੱਛੋਂ ਵਫਦ ਨੇ ਵਾਇਸਰਾਏ ਨੂੰ ਇੱਕ ਯਾਦ ਪੱਤਰ ਵੀ ਦਿੱਤਾ, ਜਿਹਦੇ ਪੈਰਾ 15 ਨੰਬਰ ਵਿੱਚ ਦਰਜ ਸੀ ਕਿ ਜਿੱਥੇ ਜਾਪਾਨੀਆਂ ਨੂੰ ਤਾਂ ਕੈਨੇਡਾ ਵਿੱਚ 3 ਸਾਲ ਰਹਿਣ ਪਿੱਛੋਂ ਹੀ ਪੱਕੇ ਵਸੇਬੇ ਦੇ ਦਸਤਾਵੇਜ਼ ਮਿਲ ਜਾਂਦੇ ਹਨ, ਪਰ ਹੁਣ ਤੱਕ ਹਜ਼ਾਰਾਂ ਹਿੰਦੀਆਂ ਨੂੰ ਉੱਥੇ ਕਿੰਨੇ ਸਾਲ ਰਹਿਣ ਪਿੱਛੋਂ ਇੱਕ ਵੀ ਇਹ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ। 21 ਜਨਵਰੀ 1914 ਨੂੰ ਵਾਇਸਰਾਏ ਨੇ ਵਫਦ ਦੀ ਦਾਦ ਫਰਿਆਦ ਸੁਣਨ ਮਗਰੋਂ ਇਸ ਮਾਮਲੇ 'ਚ ਦਖਲ ਦੇਣੋਂ ਸਾਫ਼ ਇਨਕਾਰ ਕਰ ਦਿੱਤਾ। ਸੋ ਇਹ ਅੱਜ ਤੱਕ ਇੱਥੋਂ ਹੀ ਅਸੀਂ ਪੜ੍ਹਾਂਗੇ। ਇਸ ਤੋਂ ਅੱਗੇ ਅਸੀਂ ਸ਼ੁਰੂ ਕਰਾਂਗੇ ਕਿ ਕਿਸ ਤਰ੍ਹਾਂ ਕਾਮਾਗਾਟਾ ਮਾਰੂ ਦੀ ਘਟਨਾ ਦਾ ਮੁੱਢ ਵੱਜਦਾ ਹੈ ਤੇ ਉਸ ਤੋਂ ਬਾਅਦ ਗਦਰ ਲਹਿਰ ਦਾ ਮੁੱਢ ਵੱਜਦਾ ਹੈ। ਫਿਲਹਾਲ ਤੱਕ ਇਜਾਜ਼ਤ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।